ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਹੁਕਮਨਾਮਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾਂ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਜਪੋ ਜੀ ਐਸੇ ਐਸੇ, ਧਰੁ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਪਾਵਨ ਹੁਕਮਨਾਮੇ ਦੇ ਰੂਪੀ ਸ਼ਬਦ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ 813 ਅੰਗ ਉੱਤੇ ਸੁਭਾਇਮਾਨ ਨੇ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਆਪਣੇ ਸਿੰਘਾਸਨ ਤੇ ਬਿਰਾਜਮਾਨ ਨੇ ਤੇ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਸੰਸਾਰ ਸਾਗਰ ਭਉ ਤੋਂ ਕਿਵੇਂ ਪਾਰ ਤਰਿਆ ਜਾਏ। ਹੋਰ ਦੂਸਰਾ ਪ੍ਰਸ਼ਨ ਕੀਤਾ, ਸਤਿਗੁਰੂ ਜੀ ਜਿਹੜੇ ਇਹ ਸਾਗਰ ਨੂੰ ਪਾਰ ਕਰ ਗਏ ਨੇ ਉਹਨਾਂ ਕੀ ਕੰਮ ਕੀਤਾ। ਸਤਿਗੁਰੂ ਜੀ ਨੇ ਇਹ ਬਚਨ ਬਿਲਾਵਲ ਰਾਗ ਵਿੱਚ ਕਿਰਪਾ ਕਰਦੇ ਨੇ। ਬਿਲਾਵਲ ਮਹਲਾ ਪੰਜਵਾ, ਇਤਨਾ ਸੌਖਾ ਸ਼ਬਦ ਹੈ ਕਿ ਪਹਿਲੀ ਪੰਕਤੀ ਵਿੱਚ ਹੀ ਆਪ ਜੋ ਪ੍ਰਸੰਨ ਕੀਤਾ ਹੈ ਗੁਰਸਿੱਖਾਂ ਨੇ, ਉਹਦੇ ਵਿੱਚ ਵੀ ਆਪਨੇ ਤਤਕਾਲ ਦੇ ਵਿੱਚ ਉਹਨਾਂ ਨੂੰ ਸਮਝਾ ਦਿੱਤਾ ਕਿ ਕਿਵੇਂ ਇਹ ਬੇੜੇ ਤੋਂ ਪਾਰ ਲਗਾਇਆ ਜਾ ਸਕਦਾ ਹੈ। ਇਸ ਬੇੜੇ ਕੋ ਪਾਰ ਲੰਘਾਵੇ। ਇਹ ਸਰੀਰ ਰੂਪੀ ਸੰਸਾਰ ਤੋਂ ਕਿਵੇਂ ਪਾਰ ਹੋ ਸਕਦਾ ਹੈ। ਸਾਗਰ ਸਤਿਗੁਰ ਕਹਿੰਦੇ ਨੇ, ਇਹ ਸਾਗਰ ਕਹਿੰਦੇ ਨੇ ਸਮੁੰਦਰ ਨੂੰ। ਸਮੁੰਦਰ ਦਾ ਭਾਵ ਸੰਸਾਰ। ਕਹਿੰਦੇ ਨੇ ਇਹ ਸਾਗਰ ਸੋਈ ਤਰੈ। ਦੇਖੋ ਪਹਿਲੀ ਪੰਕਤੀ ਵਿੱਚ ਵੀ ਆਪ ਜੀ ਨੇ ਬੜੇ ਸਹਿਜ ਭਾਵ ਨਾਲ ਉਹਦਾ ਉੱਤਰ ਦੇ ਦਿੱਤਾ। ਇਹ ਸੰਸਾਰ ਤੋਂ
ਉਹੀ ਉਤਾਰ ਸਕਦਾ ਹੈ, ਉਹੀ ਤਰ ਕੇ ਗਏ ਨੇ। ਦੋ ਪ੍ਰਸ਼ਨ ਕੀਤੇ ਸਨ ਕਿ ਸਾਗਰ ਤੋਂ ਕਿਵੇਂ ਪਾਰ ਉਤਾਰਾ ਹੋਵੇ, ਔਰ ਜਿਹੜੇ ਪਾਰ ਉਤਾਰਾ ਕੀਤੇ ਨੇ ਉਹ ਕਿਵੇਂ ਤਰੇ ਨੇ। ਤੇ ਸਤਿਗੁਰ ਕਹਿੰਦੇ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਜਿਨ੍ਹਾਂ ਹਰੀ ਦੇ ਗੁਣ ਗਾਏ। ਸਾਧ ਸੰਗਤ ਕੇ ਸੰਗ ਵਸੈ, ਹੁਣ ਉਹ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਇੱਕ ਕੀਰਤਨ ਕਥਾ ਗੁਰਬਾਣੀ ਸੁਣੀ ਤੇ ਆਪਣਾ ਜੀਵਨ ਤਾਰਿਆ, ਵੱਡ ਭਾਗੀ ਪਾਏ, ਵੱਡੇ ਭਾਗਾਂ ਵਾਲੇ ਨੇ। ਹੁਣ ਸੰਸਾਰ ਵਿੱਚ ਅਸੀਂ ਕੋਈ ਦੇ ਘਰ ਬੜਾ ਵੱਡਾ ਮਕਾਨ ਹੋਵੇ, ਪਦਾਰਥ ਹੋਣ, ਧਨ ਹੋਵੇ, ਅਸੀਂ ਕਹਿੰਦੇ ਵੱਡੇ ਭਾਗਾਂ ਵਾਲੇ। ਜਾਂ ਕਿਸੇ ਕੋਲ ਬਹੁਤ ਵੱਡਾ ਅਹੁਦਾ ਹੋਵੇ, ਪਕੜ ਹੋਵੇ, ਪਹੁੰਚ ਹੋਵੇ, ਤੇ ਅਸੀਂ ਕਹਿੰਦੇ ਭਾਗਾਂ ਵਾਲੇ, ਵੱਡੇ ਭਾਗਾਂ ਵਾਲੇ। ਪੁੱਤਰ ਹੋਣ, ਜਾਇਦਾਦ ਹੋਵੇ, ਤੇਰੇ ਕੋਲ ਸਾਰੀ ਸੁਵਿਧਾਵਾਂ ਹੋਣ, ਤਾਂ ਵੀ ਅਸੀਂ ਕਹਿੰਦੇ ਆ ਕਿ ਵੱਡੇ ਭਾਗਾਂ ਵਾਲੇ। ਕਹਿੰਦੇ ਨਹੀਂ, ਜੋ ਚੀਜ਼ ਨੇ ਵਿਨਾਸ਼ ਹੋਣਾ ਤੇ ਤੇਰੇ ਨਾਲ ਜਾਣਾ ਹੀ ਨਹੀਂ, ਉਹ ਤੂੰ ਭਾਗਾ ਵਾਲਾ ਕਿਵੇਂ ਹੋ ਸਕਦਾ। ਜੋ ਦਿਖਤ ਹੈ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਕਹਿੰਦੇ ਨੇ ਭਾਗਾ ਵਾਲਾ ਉਹ ਜਿਨੇ ਗੁਰੂ ਦੇ ਦਰ ਤੇ ਆ ਕੇ ਗੁਰਬਾਣੀ ਨੂੰ ਆਪਣੇ ਪੱਲੇ ਬੰਨਿਆ ਤੇ ਉਸ ਉੱਤੇ ਆਪਣਾ ਜੀਵਨ ਢਾਲਿਆ। ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਵੇ, ਸਾਧ ਸੰਗਤ ਕੇ ਸੰਗ ਵਸੇ, ਵੱਡ ਭਾਗੀ ਪਾਏ। ਸੰਗਤ ਕਿੰਨੇ ਸੰਗਤ ਕੀਤੀ। ਹਰ ਮਾਂ ਦਾ ਆਪਣਾ ਇੱਕ ਅੰਦਰ ਲਗਾਓ ਹੁੰਦਾ, ਤੜਪ ਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਹੈ ਵਧੀਆ ਵਸਤਰ ਪਹਿਨੇ, ਵਧੀਆ ਖਾਏ ਤੇ ਵਧੀਆ ਪੜ੍ਹਾਈ ਜੀਵਨ ਉਹਦਾ ਬਤੀਤ ਹੋਏ। ਇਹ ਤਿੰਨ ਗੱਲਾਂ ਹਰ ਮਾਂ ਚਾਹੁੰਦੀ। ਇਹ ਤਿੰਨੋਂ ਗੱਲਾਂ ਬਾਬਾ ਦੀਪ ਸਿੰਘ ਜੀ ਦੇ ਉੱਤੇ ਟੁਕੀਆਂ ਨੇ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇਸ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਾਹੂਵਾਲ ਮਾਤਾ ਜੀਵਨੀ ਦੇ ਕੁੱਖ ਦੇ ਪਿਤਾ ਭਾਈ ਭਗਤਾ ਜੀ ਦੇ ਘਰ ਹੋਇਆ। ਇਹ ਪਿੰਡ ਜਿਹੜਾ ਹੈ ਅੰਮ੍ਰਿਤਸਰ ਦੇ ਨਜ਼ਦੀਕ ਹੈ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਆਪ ਜੀ ਉਦੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਰਹਿਮਤਾਂ ਵਰਸਾਉਂਦੇ ਪਏ ਸਨ। ਬਾਬਾ ਦੀਪ ਸਿੰਘ ਜੀ ਨੂੰ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਬਚਪਨ ਵਿੱਚ ਹੀ ਗੁਰਮਤ ਦੀ ਗੁੜਤੀ ਦਿੱਤੀ, ਜਿਵੇਂ ਬਾਬੇ ਫਰੀਦ ਨੂੰ ਮਾਤਾ ਜੀ ਨੇ ਦਿੱਤੀ ਸੀ ਅੱਲਾਹ ਤਾਲਾ ਦੀ। ਤੇ ਕਹਿੰਦੇ ਨੇ ਮਾਤਾ ਜੀ ਨੇ ਗੁੜਤੀ ਦਿੱਤੀ। ਇਹ ਸ਼ਬਦ ਅਸੀਸ ਵੀ ਦਿਵਾਈ ਕਿ ਬਾਬਾ ਜੀ ਦੇ ਜੀਵਨ ਦੇ ਉੱਤੇ ਜਿਵੇਂ ਅਸੀਂ ਪੜ੍ਹਿਆ ਕਿ ਹਰ ਮਾਂ ਚਾਹੁੰਦੀ ਹੈ ਕਿ ਮੇਰੀ ਤੀਬਰ ਇੱਛਾ ਹੋਵੇ ਕਿ ਮੇਰੇ ਪੁੱਤਰ ਦੀ ਪੁਸ਼ਾਕ ਬੜੀ ਵਧੀਆ ਹੋਵੇ, ਮੇਰੇ ਪੁੱਤਰ ਦੇ ਤਨ ਢੱਕਣ ਵਾਲੇ ਵਸਤਰ ਬੜੇ ਚੰਗੇ ਹੋਣ। ਆਪ ਭਾਵੇਂ ਤਨ ਤੇ ਲੀਰਾਂ ਡਾਂਦੀ ਹੈ, ਲੇਕਿਨ ਪੁੱਤਰ ਵਾਸਤੇ ਚੰਗੇ ਵਸਤਰ ਮੰਗਦੀ ਹੈ। ਤੇ ਕਹਿੰਦੇ ਨੇ ਦੂਸਰੀ ਇੱਛਾ, ਮੇਰੇ ਪੁੱਤਰ ਨੂੰ ਚੰਗੀ ਖੁਰਾਕ ਮਿਲੇ। ਆਪ ਚਾਹੇ ਸੁੱਕੀ ਰੋਟੀ ਖਾ ਲੈ, ਲੇਕਿਨ ਬੱਚੇ ਨੂੰ ਖਵਾਉਂਦੀ।
ਤੇ ਤੀਸਰੀ ਇੱਛਾ ਉਹਦੀ ਬੜੀ ਤਿਰਬਲ ਹੁੰਦੀ ਹੈ ਕਿ ਇਹਦੀ ਸੰਗਤ, ਇਹਦੀ ਪੜ੍ਹਾਈ ਚੰਗੀ ਹੋਵੇ, ਚੰਗੇ ਪੁਰਸ਼ਾਂ ਦਾ ਇਹਦਾ ਮੇਲ ਹੋਵੇ। ਇਹ ਤਿੰਨੇ ਚੀਜ਼ਾਂ ਹਰ ਮਾਂ ਮੰਗਦੀ ਏ ਤੇ ਮਾਤਾ ਜੀਵਨੀ ਜੀ ਨੇ ਵੀ ਇਹ ਤਿੰਨੋਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਬਾ ਦੀਪ ਸਿੰਘ ਜੀ ਨੂੰ ਆਪ ਦਿਲਾਈਆਂ। ਇਹਦਾ ਜ਼ਿਕਰ ਅੱਗੇ ਚੱਲ ਕੇ ਅੱਜ ਰਾਤ ਨੂੰ ਵੀ ਆਪਾਂ ਪੂਰਾ ਇਹਦਾ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਉੱਤੇ ਵਿਚਾਰ ਕਰਨੀ ਹੈ। ਧੰਨਵਾਦ ਵੀਰ ਜੀ ਦਾ। ਤੇ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ, ਬਾਬਾ ਦੀਪ ਸਿੰਘ ਜੀ ਨੂੰ ਮਾਂ ਨੇ ਤਿੰਨੇ ਦਾਤਾਂ ਲੈ ਕੇ ਦਿੱਤੀਆਂ। ਕਿਹੜੀਆਂ ਦਾਤਾਂ? ਹਰ ਮਾਂ ਤੇ ਚਾਹੁੰਦੀ ਨਾ ਚੰਗੀ ਖੁਰਾਕ ਹੋਏ, ਪੁਸਾਕ ਹੋਏ, ਸੰਗੀ ਸੋਬਤ ਹੋਏ। ਕਹਿੰਦੇ ਨੇ ਮਾਤਾ ਜੀਵਨੀ ਨੇ ਅਰਦਾਸ ਕੀਤੀ ਕਿ ਮੇਰੇ ਪੁੱਤਰ ਦੀ ਖੁਰਾਕ ਗੁਰਬਾਣੀ ਦਾ ਭਜਨ ਹੋਵੇ, ਕੀਰਤਨ ਹੋਵੇ। ਕਿਉਂ ਕਮੀ ਤਾਂ ਸੀ ਨਹੀਂ, ਸਾਰੇ ਚੀਜ਼ਾਂ ਘਰ ਪਦਾਰਥ ਸਨ। ਤੇ ਕਹਿੰਦੇ ਨੇ ਜਿਸਲੇ ਇਹ ਮੰਗ ਮੰਗੀ ਤੇ ਕਹਿੰਦੇ ਨੇ ਫਿਰ ਮੇਰੇ ਪੁੱਤਰ ਦਾ ਜਿਹੜਾ ਪੁਸਾਕ ਜਿਹੜੀ ਹੋਵੇ ਨਾ, ਪ੍ਰੇਮ ਪਟੋਲਾ। ਕਿਹੜਾ? ਜਿਹੜਾ ਅਸੀਂ ਪਸਤਰ ਜਿਸਲੇ ਚੜਾਉਂਦੇ ਨਾ ਗੁਰੂ ਜੀ ਅੱਗੇ ਕਿ ਸਤਿਗੁਰੂ ਜੀ ਅੰਗੀਕਾਰ ਕੋ ਪ੍ਰੇਮ ਪਟੋਲਾ ਤਿਸ ਦਿੱਤਾ। ਤੇ ਕਹਿੰਦੇ ਨੇ ਮੇਰੇ ਪੁੱਤਰ ਦਾ ਪੁਸਾਕ ਜਿਹੜੀ ਹੋਵੇ ਨਾ, ਉਹ ਪ੍ਰੇਮ ਪਟੋਲੇ ਵਾਲੀ ਹੋਵੇ ਤੇ ਉਹਦੀ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਉਹਦਾ ਸੰਗ ਹੋਵੇ ਤੇ ਉਹਦੀ ਪੜ੍ਹਾਈ ਗੁਰੂ ਗ੍ਰੰਥ ਸਾਹਿਬ ਵਾਲੀ ਹੋਵੇ। ਹੁਣ ਦੇਖੋ ਕਿਤਨਾ ਬਾਣੀ ਨਾਲ ਪਿਆਰ, ਕਿਤਨਾ ਗੁਰੂ ਨਾਨਕ ਨਾਲ ਪਿਆਰ। ਅੱਜ ਐਸੀ ਮਾਵਾਂ ਅਗਰ ਸੰਸਾਰ ਵਿੱਚ ਹੋਣ, ਸੱਚ ਜਾਣਿਓ ਜੇ ਮੈਨੂੰ ਯਾਦ ਹੈ ਸਾਡੇ ਮਹਾਂਪੁਰਸ਼ ਬੈਠੇ ਸਨ, ਭਗਤ ਨੱਥਾ ਸਿੰਘ ਜੀ ਬੜੇ ਪਹੁੰਚੇ ਸਨ। ਦਾਸ ਉਹਨਾਂ ਨਾਲ 22 ਸਾਲ ਨਾਲ ਰਹੇ ਉਹਨਾਂ ਦੇ। ਉਹਨਾਂ ਦੇ ਕੋਲ ਜਿਸਲੇ ਬੀਬੀਆਂ ਆਂਦੀਆਂ ਸਨ ਨਾ, ਮੈਨੂੰ ਯਾਦ ਹੈ ਉਹਨਾਂ ਦੇ ਕੋਲ ਜਿਸਲੇ ਕਹਿੰਦੇ ਨੇ ਕਿ ਬਾਬਾ ਜੀ ਸਾਡੇ ਘਰ ਵਿੱਚ ਲੜਾਈ ਹੈ, ਸਾਡੇ ਘਰ ਦੁੱਖ ਹੈ, ਮੇਰਾ ਆਦਮੀ ਇੰਜ ਕਰਦਾ ਹੈ, ਬੱਚੇ ਇੰਜ ਕਰਦੇ ਨੇ, ਸੱਸ ਨਾਲ ਨਹੀਂ ਪਟਦੀ। ਤੋ ਇੱਕੋ ਹੀ ਦਵਾਈ ਦਿੰਦੇ ਸਨ, ਸਰਬ ਰੋਗ ਕਾ ਔਖਦ ਨਾਮ। ਪਹਿਲੇ ਸਾਰੀ ਗੱਲ ਸੁਣ ਲੈਣੀ ਔਰ ਬੜੇ ਸਹਿਜ ਨਾਲ ਕਹਿਣਾ, ਪੁੱਤਰ ਰਸੋਈ ਚ ਜਾਈ, 3 ਕੰਮ ਕਰੀ, ਇਹ 11 ਦਿਨ ਕਰੀ, ਅਗਰ ਤੈਨੂੰ ਚੰਗੇ ਲੱਗਣ ਤੈਨੂੰ 21 ਦਿਨ ਕਰ ਦੇਈ, ਵਧਾ ਦੇਈ। ਫਿਰ ਕਹਿੰਦੇ ਨੇ ਭਗਤ ਜੀ ਦੱਸੋ ਕਿਹੜੀ ਗੱਲ ਕਰੀਏ? ਕਹਿੰਦੇ ਨੇ ਜਿਸਲੇ ਰਸੋਈ ਚ ਜਾਣਾ ਨਾ ਤੇ ਸਭ ਤੋਂ ਪਹਿਲੇ ਜੋੜੇ ਅੰਦਰ ਨਹੀਂ ਲੈ ਜਾਂਦੇ, ਔਰ ਸਿਰ ਤੇ ਕੇਸਕੀ ਬੰਨੀ ਹੋਵੇ ਜਾਂ ਚੁੰਨੀ ਲਈ ਹੋਵੇ। ਚੁੰਨੀ ਵੀ ਕੋਈ ਵੇਲੇ ਉਤਰ ਜਾਂਦੀ, ਕਹਿੰਦੇ ਕੇਸਕੀ ਬਣ ਕੇ ਉੱਤੇ ਦੁਪੱਟਾ ਲਿਆ ਕਰੋ। ਉਹ ਜਿਸਲੇ ਆਟਾ ਗੁੰਨਣਾ ਤੇ ਉਸਲੇ ਪਹਿਲਾ ਅੱਖਰ ਬੋਲਣਾ ਹਮਰੀ ਕਰੋ हाथ दे रच्छा, पूरन होए चित की इच्छा। कहते ने आटा गुन लो, ये पढ़दे पढ़दे हुण जिसले रोटी बनाना तवे ते रखनी है, पहला प्रसादा बनाना, एक बार दिन तुम्हें संभारा काल फास्ते ताहे बारा। कहते ने चौपाई साहब दा पाठ करना, सब्जी बनाने वाले। और दूसरा उन्होंने कहा उहदे चों चखना नहीं है, फिर वो लंगर तैयार, वो गुरु का लंगर हो जाएगा। ते जिसले तेरा घर वाला है, बच्चे आन, परिवार दे सदस्य आन, ते सच जानी ए भोजन अलग है संतो, क्योंकि ओहदे च नाम पै गया ना। जिसले उस भोजन नूं ओ छकणगे ते अंदर अपने आप तेरी बाणी ने जिहड़ी तू पढ़ी है ना, गुरुआं दी बाणी, वो अंदर प्रवेश करेगी। मैनू याद है कि कोई भी गल होए बड़े सहज ढंग नाल ते फिर वो बीबियां दे घर विच सुख शांति क्यों नहीं आएगी जिहदे घर च बाणी हो जाए। हुण असीं रोटी बनाने पिया, सीरियल चलते पे ने, टीवियां चलदियां पिया ने, अगर बच्चे ने घर वाले ने थक के रोटी मंगी
ਤੇ ਅਸੀਂ ਇੰਜ ਕ੍ਰੋਧ ਨਾਲ ਪੈਂਦੇ ਆ। ਉਹ ਜਿਹੜਾ ਕ੍ਰੋਧ ਹੈ ਨਾ, ਉਹ ਜਾ ਕੇ ਫਿਰ ਅੰਦਰੋਂ ਕ੍ਰੋਧ ਨਿਕਲਦਾ ਹੈ। ਊਡਤੇ ਕੋ ਊਡਤਾ ਮਿਲੇ, ਮੂਏ ਕੋ ਮੂਆ। जिस लिए तू गुरबाणी पढ़ के ये लंगर छकाएंगी, सच जानी फिर तेरे घर सुखा दी रहमत आ जाएगी। माता जीवनी जी ने ये तीनों चीजा भगती दे विच उस मां ने असीस दिती ते ओ बाबा दीप सिंह दे उत्ते इतनी टिकी कि रसना तो लैके हिरदे तो याद उन्हां दी कदी दूर ही नहीं हुई, कदी बाणी तो दूर ही नहीं हुई। एक बार ये परिवार आनंदपुर साहिब की धरती ते गया। भाई भगता जी, माता जीवनी जी अपने पुत्र नूं लैके आनंदपुर साहिब की धरती ते पहुंचे। साहिब कलगीधर सच्चे पातशाह धन गुरु गोबिंद सिंह महाराज दरबार सजा के बैठे हैं। माता पिता ने जाके मत्था टेकिया ते पहले भाई दीपे नूं मत्था टिकाया। संत बाबा दीप सिंह जी शहीद जिन्हां दा बचपन विच नाम दीपे सी ते कहंदे ने दीपे नूं ही मत्था टिकाया ते मत्था टेकदे सार चरना ते टेकिया ते सच्चे पातशाह ने पहली नजर धन गुरु गोबिंद सिंह महाराज जी दी पई धन बाबा दीप सिंह जी दे उपर। इन्हां दे रूह च उन्हां दी दीदार करदे ही उन्हां दे एक एक रोम विच रहमतां वरस गईयां, सरदा वस गई। इन्हां अंदर गुरु दे दीदार होए ते कलगीधर सच्चे पातशाह दे विच उन्हां दे चरनां च मत्था टेके इतनी सरदा पैदा हो गई कि उथों भी चरण तो अपना सिर ही नहीं चुकदे पे। ते भाई भगता जी ने माता जीवनी ने चुक के जिसले वापस आन लग पे ते उदन परिवार परतन लगा ते बाबा दीप सिंह कहन लग पे हाथ जोड़ के एक कृपा करो, जे कलगीधर सच्चे पातशाह दे चरनां च लैके आयो ते मैनू कुछ समा इन्हां दे चरनां च बतीत करन दो। माता पिता सन प्यार करदे सन। उन्हां नू धरती ते आनंदपुर साहिब धरती ते गुरु गोबिंद सिंह महाराज जी दे हवाले करते हुए ते बेनती की, सतगुरु जी एक कुछ दिन आप जी को रुकना चाहता है। धन गुरु गोबिंद सिंह महाराज जी ने कहते ने कुछ दिन नहीं, कुछ दिन नहीं कई दिन टिकेगा। ते माता पिता बड़े खुश होके वापस आ गए। हुण इत्थे धन गुरु गोबिंद सिंह महाराज जी ने आप अपनी निगरानी विच पढ़ाई केड़ी कराई, फारसी गुरमुखी संस्कृत दी विद्या दिला के ते शस्त्रां दा अभ्यास कराया। घोड़ सवारी, तीर अंदाजी, तलवार चलानी, गोली चलानी, बस्तर नाल नाल गुरु ने इन्नी कृपा की कि ये शस्त्र विद्या विच सतगुरु जी दे सामने शस्त्र सीख के एक निपुण होकर निकले। हुण इन्हां नूं धन गुरु गोबिंद सिंह महाराज जी ने आप अमृत दी दात दित्ती सी बाबा दीप सिंह जी नूं। कहंदे ने इत्थे बाबा दीप सिंह जी दा सुमेल होया भाई मनी सिंह जी नाल। ये महान सिख जिन्हां ने दरबार साहिब जी दे ग्रंथी भी सन। ते कहंदे ने इन्हां ने दुनिया दी सुनहरी अखरां विच बाबा दीप सिंह जी मनी सिंह दा आनंदपुर साहिब धरती ते इकट्ठे रहने। हजूर कृपालू ने जद अमृत दी दातां दित्तियां ते बाबा दीप सिंह जी ने कलगीधर दे हथों दी हजूर दे कमलां तो हथां तो अमृत दी दात लई। कपाट खुल गए, संगत विच बैठ के कीर्तन सुनना, गुरु दे लंगर दी सेवा करनी ते मौका मिलना शस्त्र विद्या अभ्यास करना। समा एवें ही चलदा रहा। एक दिन माता ते पिता दोनों भगता जी ते माता जीवनी जी सन 1703 विच बाबा दीप सिंह जी नूं आनंदपुर साहिब दी धरती तो लैण वास्ते उत्थे पहुंचे।
सतगुरु जी शस्त्र विद्या देख के ते माता पिता इतने खुश हो गए ते नाल बेनती की सतगुरु जी कृपा करो असी हुण अपने पिंड वापस जाना चाहते हैं। पुत्र नूं नाल लैके धन गुरु गोबिंद सिंह महाराज जी ने फिर अपनी रसना तो धन बाबा दीप सिंह जी नूं गुरु नानक साहब जी दे प्रचार करन लई प्रेरिया ते कहंदे ने तुसी अपने माता पिता नाल पिंड जाओ ते जाके गुरसिੱਖੀ दा प्रचार करना है। ते बाबा दीप सिंह जी दे कलगीधर जी दी अपनी रसना तो ये बचन सुने ना ते मत्था टेकिया ते थापड़ा दे के उस गुरसिੱਖ दे लोकां दे हिरदियां विच ओ नाम बाणी दा ऐसा तीर वजिया कि सारे विन्ने गए। गुरसिੱਖੀ दी दात सारे दे सारे लैके जिसले बाबा दीप सिंह जी अपने पिंड पाऊवंड जो कि अमृतसर दे नजदीक सी उत्थे पहुंचे। बाबा दीप सिंह जी 1704 विच ये लगातार प्रचार करते रहे। इधर धन गुरु गोबिंद सिंह जी महाराज 1704 विच दसंबर दे महीने आनंदपुर दा त्याग किया। चमकौर दा जंग होया। सरसा तो विछड़े, सरसा नदी तो विछड़ के सरहंदियां नीहां विचों दोनों लाल किने गए। कलगीधर सच्चे पातशाह दमदमा साहब जी धरती ते जा पहुंचे। कुछ समा इत्थे दसदे ने कि अमन दा शांति दा बतीत होया ते जिसले परिवार तो निकले सन ते सारा सरसा नदी विच जो समान सी ओ विछोड़े दे बाद ओदी च रुड़ गया सी ते दमदमा साहब जी धरती ते भाई मनी सिंह आ पहुंचे। हजूर दे अगे मत्था टेकिया। इत्थे गुरु गोबिंद सिंह महाराज जी ने भाई मनी सिंह जी नूं परमात्मा ने मेहर कीती है। ये समा अमन चैन दा मिले। असां गुरु ग्रंथ साहब जी दी बाणी नूं परत के लिखवाना है अते गुरु तेग बहादुर साहब जी दी रचना भी उहदी च अंकित करनी है। जिसले संपूर्ण लैण वास्ते धीर मलियां कोलों स्वरूप लैण भेजिया ते उन्होंने इनकार कर दिता कि अगर इतने ही गुरु समर्थ ने ते आप क्यों नहीं लिख लेंदे। ते सतगुरु जी ने फिर उत्थे ये बाणी उच्चारण करन लई आप जी ने भाई मनी सिंह जी नूं बाबा दीप सिंह जी दे पिंड पाऊविंड बुलाया ते कहा कि भाई मनी सिंह जी ने और आप जी ने गुरु ग्रंथ साहब जी दी लिखाई दी विच तुहाडी जरूरत है। हजूर ने दमदमा साहब जी की धरती तो जिवें सुनिया भेजिया। गुरु का सिख पहुंचया तुरंत सेवा की जरूरत है, जल्दी तो जल्दी पहुंचो। जिस वेले सिख दमदमा साहब की धरती तो पहुंचया बाबा दीप सिंह जी गुरमत दा पिछा प्रचार ते योगदान करके पहुंचे सन। बाबा जी ने फतेह बुलाई। पूछया आ गुरु दे लाल केड़ी थां तो आया, असी तेरी की सेवा कर सकते हैं। उस दे उत्तर ही जिसले उन्हें कलगीधर पातशाह जी दे बचन भेजे। बचन सुनते ही सत्कारयोग बाबा दीप सिंह जी उसे वेले खलो गए ते बाजा वाले माही ने मेरे प्रीतम ने सुनिया दिता। आप दमदमा साहब जी धरती ते पहुंचे। बाबा दीप सिंह जी ने जिसने गुरु जी के संदेश को सुनिया ना ते पाऊ पिंड तो अपने रुझिया सारे कम्मां नूं छड्ड के धरती ते पहुंच के सच्चे पातशाह दे दरबार जाके कलगीधर सच्चे पातशाह जी दे बाबा दीप सिंह ने जाके पहुंच के हजूर दे चरणां नमस्कार कीते ते हाथ जोड़ के कहा सच्चे पातशाह आप जी हुक्म मिले दास हाजिर है। देखो कितनी अवस्था ते पहुंच के भी ते हजूर कहते ने उन्होंने फरमाया गुरु ग्रंथ साहब जी की बाणी लिखी जानी है। आप जी की सेवा स्याही दवात कलमा लियाओ
ਤੇ ਬਾਬਾ ਦੀਪ ਸਿੰਘ ਨੇ 7 ਬਚਨ ਕਹਿ ਕੇ ਇਹ ਪ੍ਰਵਾਨ ਕੀਤਾ। ਕਲਗੀਧਰ ਸੱਚੇ ਪਾਤਸ਼ਾਹ ਨੇ ਜਿਸ ਲਈ ਬਾਣੀ ਲਿਖਵਾਉਂਦੇ ਹਨ, ਸਿੱਖ ਵਿਦਵਾਨ ਲਿਖਦੇ ਹਨ, ਪਹਿਲੇ ਦਿਨ ਸੱਚੇ ਪਾਤਸ਼ਾਹ ਜਪਜੀ ਸਾਹਿਬ ਬਾਣੀ, ਸੋਧਰ ਰਾਜ ਸਾਹਿਬ 16 ਬਾਣੀ ਇੱਕ ਦਿਨ ਵਿੱਚ ਹੀ ਕੰਠ ਕਰਕੇ ਭਾਈ ਸਾਹਿਬ ਭਾਈ ਮਨੀ ਸਿੰਘ को लिखवा ली। ते गुरु ग्रंथ साहिब जी जिसले स्वरूप की संपूर्णता हुई, बाबा दीप सिंह जी ने जिसले हजूर दे लिखवाया गुरु तेग बहादुर साहब जी की बाणी अंकित की ते पहला हुक्म उस टाइम आया सी, टोडी महला पंजवा सतगुर आयो शरण तुहारी, मिले सुख नाम हर शोभा, चिंता लाए हमारी। सतगुरु जी ने इत्थे फैसला किया जदन सच्चे पातशाह दमदमा साहब की धरती तो तुरन लगे ने ते गुरु के सिखा ने गुरु ग्रंथ साहब जी की पवित्र बाणी दे अर्थ बोध भी कराए। आप लिखाया ही नहीं, ਉਹਦੇ अर्थ भी कराए ते बाबा दीप सिंह जी नूं, बाबा मनी सिंह जी नूं आप जी ने उन्हां दे अर्थ दसे ते भाई मनी सिंह जी ते बाबा दीप सिंह जी मत्था टेक के अंजू वगांदे ने कि सतगुरु कलगीधर सच्चे पातशाह ते सतगुरु जी गुरु जी अगों आस के कहंदे ने कि क्यों तुसी ये अंजू वगा रहे हो, ते कहंदे ने ओ बैराग दे सीधा ते कहंदे सच्चे पातशाह तुहाडे रहमतां कर्मां नाल असीं ये बाणी लिखी है, आप जी दे चरणां विच बेनती है। बाबा दीप सिंह कहण लग पे कि मेरे आखिरी श्वासां तक ये बाणी निभ जाए। मंगया कदी कि सतगुरु जी मैनू ये मेरा दिओ। धन गुरु गोबिंद सिंह महाराज देखो कितने प्यारे बचन कहे, ये नहीं कहा कि मैं तुहानू बाणी लिखवाई, मैं तुहानू सिखाया। कहंदे ने जिसले बाबा दीप सिंह जी भाई मनी सिंह जी ने बेनती की कि आखिरी श्वासां तक बाणी निभ जाए ते गुरु नानक देव जी तुहाडे ते किरपा करनगे। ये बोल सन धन गुरु गोबिंद सिंह जी महाराज जी दे। सतगुरु जी ने इत्थे किरपा की। आप जी ने इतिहास पढ़िया वे कि मनी सिंह जी दे बंद भी कट्टे गए ना, लेकिन बाणी नहीं हटी। बाबा दीप सिंह जी दे जिसले सिर तो तली ते रख के आप लड़ते हुए आखिरी श्वासा तक दरबार साहब जाके पहुंच के ते उत्थे अपने प्रण नू पूरा किया। बाकी आप जी नाल विचार करांगे। शाम नू सतगुरु जी दे पावन बचन आए ने ते उस बचन दा सतगुरु कृपा करदे ने। ए सागर सोई तरह जो हर गुण गाए, ਇਹ ਸੰਸਾਰ ਤੋਂ ਪਾਰ ਹੋ ਸਕਦਾ ਹੈ। ਉਹ ਪਾਰ ਹੋਏ ਨੇ, ਉਹ ਪਾਰ ਹੋਣਗੇ ਜਿਹੜੇ ਗੁਰੂ ਦੇ ਗੁਣ ਗੁਰੂ ਦੀ ਬਾਣੀ ਤੇ ਪਹਿਰਾ ਦੇਣਗੇ। ਸਾਧ ਸੰਗਤ ਕੇ ਸੰਗ ਵਸੈ ਵੱਡ ਭਾਗੀ ਪਾਏ। ਸੱਚ ਜਾਣਿਓ ਜੇ ਵੱਡੇ ਭਾਗਾਂ ਵਾਲਾ ਹੋਵੇ ਜਿਨੇ ਗੁਰਬਾਣੀ ਦੇ ਉੱਤੇ ਪਹਿਰਾ ਦਿੱਤਾ, जिन्हें गुरबाणी नूं अपने हिरदे च वसाया। सुन सुन जीवे दास तुम बाणी जन आखी। इत्थे दास ते विश्राम देना क्योंकि इकट्ठा पढ़ांगे ओदे अर्थ अलग हो जाएंगे। सुन सुन जीवे दास तुम बाणी जन आखी। जेड़ी तेरी बाणी है ना जो तुसी मैनू सुनाई है, प्रगट भई सब लो मैं सेवक की राखी। फिर वो प्रगट भई वो संसार विच रोशनी कर दी, सारी संसार विच चानण हो गया उस गुरबाणी दा। ते जेड़ी आप जी ने ये संसार प्रगट की है। अगन सागर ते काढ़िया प्रभ जलन बुझाई। ये अगन सागर पहले क्या सागर सोई तरह जो हरगुण गाए, हुण इत्थे अगन कहता। अगन सागर क्यों किया? इस करके कि इस संसार विच चुगली निंदा झूठ प्रेम फराड काम क्रोध लोभ। मैं एक हिंदुआ दा पढ़िया सी, कहंदे ने कि एक जिहड़ा इंसान है ना वो
ਦੂਜੇ ਦੇ ਇਨਸਾਨ ਦੇ ਉੱਤੇ ਆਪਣਾ ਜੀਵਨ ਢਾਲ ਦਿੰਦਾ ਹੈ। ਤੇ ਸਤਿਗੁਰ ਕਹਿੰਦੇ ਨੇ ਜਿਤਨਾ ਤੂੰ ਦੂਜੇ ਇਨਸਾਨ ਨੂੰ ਖੁਸ਼ ਕਰਨਾ ਪਿਆ ਇਹਨੇ ਸੰਸਾਰ ਤੋਂ ਚਲੇ ਜਾਣਾ। ਅਗਰ ਇਹੀ ਖੁਸ਼ ਤੂੰ ਗੁਰੂ ਨੂੰ ਕਰੇਗਾ ਤੇ ਸੱਚ ਜਾਨੀ ਤੇਰੇ ਤੇ ਕਦੀ ਵਿਪਤਾ ਨਹੀਂ ਆਣੀ, ਕਿਉਂਕਿ ਸਤਿਗੁਰ ਕਹਿੰਦੇ ਮਾਨੁ की टेक बिरथी सब जान देवन को एके भगवान मारे राखे एको आप मानु के किछ नाई हाथ। असी की करदे आ दूजे दी टेक लैंदे आ, जिसले सारे सारे हट जांदे ने फिर गुरु दी टेक लैंदे आ। टेक की है साडा काम नहीं बढ़िया, असी झूठ दा सहारा ले लिया, निंदिया दा ले लिया, चुगली दा ले लिया ते कहंदे ने अगन सागर ते काढ़िया। ए सागर तो ओ अकाल पुरख दी बाणी ही कढ़ सकदी है। प्रभ जलन बुझाई, जेड़े तेरे अंदर दी तृष्णा दी अग है ना ओनू सतगुर आप बुझा दिंदा है। अगन सागर ते काढ़िया प्रभ जलन बुझाई, अमृत नाम जल संचया। नाम रूपी जेड़ा अमृत जिसले उन्हें इकट्ठा करके तू किता ना गुर भय सहाई। संचया माने इकट्ठा करना, अमृत रूपी नाम नू जल नू तू इकट्ठा किता गुर भय सहाई। फिर गुरु सहाई होएगा ते करेगा कि जन्म मरण दुख काटिया सुख का थान पाया। फिर वो जगह सुखा दी मिल गई, दरगाह ते ढोई मिल गई। काटी सिलक ब्रह्म मोह की, जिन्ने भी संदेह भरम ने वो सारे दे सारे उस मालक ने कट दिता। अपने अपने प्रभ पाया, फिर ओनू गुरु चंगा लगन लग पिया। मत कोई जानो अवर कछ सब प्रभ के हाथ। ये सच जानी कि किसी और को ले सारी दाता गुरु को ले। गुरु 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 कर मन मोर, गुरु बिना मैं नाई होर। ते आखिरी पंक्ति सतगुरु कहंदे सरब सुख नानक पाए संग संतन साथ। जितने भी सुख सन बाबा दीप सिंह जी ने गुरु गोबिंद सिंह महाराज दे चरणा विच रह के शस्त्र दी विद्या पढ़ाई दी विद्या जितने भी गुण सन वो गुरु दे चरणा ही चोनू मिले। ते आज धन धन बाबा दीप सिंह जी दा पूरे संसार में गुणगान हो रहा। सच जाने जे तुसी दरबार साहब जांदे हो सब तो पहले दर्शन तुहानू बाबा दीप सिंह जी दे हुंदे ने गुरुद्वारे दे, क्योंकि जेड़ा इंसान अपने आप नू समर्पण कर दिंदा है गुरु वाल ते फिर उन्हें सारे सुख मिलते ने। ते सतगुर कहंदे संग संतन पाए, सत संगत विच ही तैनू इत्थे पार उतारा तेरा हो सकदा है। भाई तू टेक लैनी है ते गुरु दी लै, गुरु दे नाल रह के ओदे बतावे मार्ग ते चल। इतनी सेवा प्रवान भुला चुकां दी खिमा। वाहिगुरू जी का खालसा वाहिगुरू जी की फतेह। राम ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਔਰ YouTube ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇਖ ਰਹੇ ਸੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਤੋਂ। ਇसी ਤਰ੍ਹਾਂ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਔਰ YouTube ਪੇਜ ਨਾਲ ਜੁੜੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।